नमस्कार दोस्तों, एक बारी फिर स्वागत है तुहाडा अपने यूट्यूब चैनल एग्जाम हेल्पर ए टू Z ਦੇ ਵਿੱਚ। ਅੱਜ ਅਸੀਂ ਪੰਜਾਬੀ ਭਾਸ਼ਾ ਤੋਂ ਸੰਬੰਧਿਤ ਜਿਹੜਾ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਹੈ ਵਿਸ਼ੇਸ਼ਣ। ਇਸ ਤੋਂ ਪਹਿਲਾਂ ਅਸੀਂ ਭਾਸ਼ਾ ਜਾਂ ਬੋਲੀ, ਪੰਜਾਬੀ ਵਰਣਮਾਲਾ, ਨਾਮ, ਪੜਨਾਮ ਇਹ ਟੌਪਿਕ ਪੜ੍ਹ ਚੁੱਕੇ ਹਾਂ। ਅਸਾਂ ਨਾਮ ਵਿੱਚ ਪੜ੍ਹਿਆ ਸੀ ਕਿ ਕਿਸੇ ਵਿਅਕਤੀ, ਵਸਤ, ਸਥਾਨ, ਜੀਵ, ਭਾਵ ਆਦਿ ਦੇ ਨਾਮ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਹੀ ਨਾਮ ਕਿਹਾ ਜਾਂਦਾ ਹੈ ਅਤੇ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜਨਾਮ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਸ਼ੇਸ਼ਣ ਦੀ। ਤਾਂ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਕਿ ਨਵਾਂ ਪੈਨ। ਪੈਨ ਕੀ ਹੈ? ਨਾਮ ਸ਼ਬਦ ਹੈ। ਇੱਕ ਵਸਤ ਦਾ ਨਾਂ ਹੈ ਪੈਨ, ਤਾਂ ਪੈਨ ਇੱਕ ਨਾਮ ਸ਼ਬਦ ਹੈ ਅਤੇ ਇਹਦੀ ਵਿਸ਼ੇਸ਼ਤਾ ਹੈ ਕਿ ਇਹ ਨਵਾਂ ਹੈ। ਰਾਮ ਸੋਹਣਾ ਹੈ, ਤਾਂ ਰਾਮ ਦੀ ਵਿਸ਼ੇਸ਼ਤਾ ਹੈ ਕਿ ਉਹ ਕੀ ਹੈ? ਸੋਹਣਾ ਹੈ। ਤਾਂ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਸ਼ੇਸ਼ ਦੀ। ਵਿਸ਼ੇਸ਼ ਕਿਹਨੂੰ ਕਿਹਾ ਜਾਂਦਾ ਹੈ? ਜਿਨ੍ਹਾਂ ਨਾਵਾਂ ਜਾਂ ਪੜਨਾਵਾਂ ਦੇ ਗੁਣ ਔਗੁਣ ਜਾਂ ਗਿਣਤੀ ਮਿਣਤੀ ਦੱਸ ਕੇ ਆਮ ਤੋਂ ਖਾਸ ਬਣਾਇਆ ਜਾਵੇ। ਜਿਨ੍ਹਾਂ ਨਾਵਾਂ ਜਾਂ ਪੜਨਾਵਾਂ ਦੇ ਗੁਣ ਔਗੁਣ ਗਿਣਤੀ ਮਿਣਤੀ ਦੱਸ ਕੇ ਆਮ ਤੋਂ ਖਾਸ ਬਣਾਇਆ ਜਾਵੇ ਉਹਨਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ। ਜਿਵੇਂ ਕਿ ਲਾਲ ਪੱਗ। ਪੱਗ ਦੀ ਵਿਸ਼ੇਸ਼ਤਾ ਹੈ ਕਿ ਉਹ ਲਾਲ ਹੈ ਅਤੇ ਪੱਗ ਸ਼ਬਦ ਜਿਹੜਾ ਹੈ ਇਹ ਕੀ ਹੈ? ਵਿਸ਼ੇਸ਼ ਹੈ। ਪੱਗ ਸ਼ਬਦ ਜਿਹੜਾ ਹੈ ਇਹ ਵਿਸ਼ੇਸ਼ ਹੈ ਅਤੇ ਲਾਲ ਇਹਦੀ ਵਿਸ਼ੇਸ਼ਤਾ ਹੈ। ਨਵਾਂ ਸੂਟ। ਤਾਂ ਸੂਟ ਵਿਸ਼ੇਸ਼ ਹੈ ਅਤੇ ਨਵਾਂ ਕੀ ਹੈ? ਸੂਟ ਦੀ ਵਿਸ਼ੇਸ਼ਤਾ ਹੈ। ਤਾਂ ਨਵਾਂ ਸ਼ਬਦ ਵਿਸ਼ੇਸ਼ਣ ਅਤੇ ਸੂਟ ਸ਼ਬਦ ਜਿਹੜਾ ਹੈ ਉਹ ਵਿਸ਼ੇਸ਼ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਗੁਣਵਾਚਕ ਵਿਸ਼ੇਸ਼ਣ। ਜਿਹੜੇ ਵਿਸ਼ੇਸ਼ਣ ਸ਼ਬਦ ਨਾਮ ਜਾਂ ਪੜਨਾਮ ਦੇ ਗੁਣ ਔਗੁਣ ਅਤੇ ਅਵਸਥਾ ਦੱਸਦੇ ਹਨ ਉਹ ਗੁਣਵਾਚਕ ਵਿਸ਼ੇਸ਼ਣ ਹਨ। ਜਿਹੜੇ ਵਿਸ਼ੇਸ਼ਣ ਸ਼ਬਦ ਨਾਮ ਜਾਂ ਪੜਨਾਮ ਦੇ ਗੁਣ ਔਗੁਣ ਅਤੇ ਅਵਸਥਾ ਦੱਸਦੇ ਹਨ ਉਹ ਗੁਣਵਾਚਕ ਵਿਸ਼ੇਸ਼ਣ ਹਨ। ਜਿਵੇਂ ਕਿ ਅਮੀਰ ਬੰਦਾ। ਬੰਦੇ ਦੀ ਕੀ ਅਵਸਥਾ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਅਮੀਰ ਹੈ ਜਾਂ ਗਰੀਬ ਹੈ, ਤਾਂ ਅਮੀਰ ਬੰਦਾ। ਮੋਟਾ ਕੱਪੜਾ। ਕੱਪੜੇ ਦੀ ਵਿਸ਼ੇਸ਼ਤਾ ਕੀ ਹੈ? ਕਿ ਉਹ ਮੋਟਾ ਹੈ। ਤਾਂ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦੇ ਗੁਣ ਔਗੁਣ ਅਤੇ ਅਵਸਥਾ ਦੱਸਦੇ ਹਨ ਉਹ ਗੁਣਵਾਚਕ ਵਿਸ਼ੇਸ਼ਣ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਗੁਣਵਾਚਕ ਵਿਸ਼ੇਸ਼ਣ ਦੀਆਂ 3 ਅਵਸਥਾਵਾਂ ਹਨ। ਪਹਿਲੀ ਹੈ ਸਧਾਰਨ ਅਵਸਥਾ। ਜਦੋਂ ਕਿਸੇ ਵਸਤੂ ਜਾਂ ਵਿਅਕਤੀ ਦੀ ਸਧਾਰਨ ਵਿਸ਼ੇਸ਼ਤਾ ਦੱਸੀ ਜਾਵੇ। ਜਦੋਂ ਕਿਸੇ ਵਸਤੂ ਜਾਂ ਵਿਅਕਤੀ ਦੀ ਸਧਾਰਨ ਵਿਸ਼ੇਸ਼ਤਾ ਦੱਸੀ ਜਾਵੇ ਤਾਂ ਉਹ ਸਧਾਰਨ ਅਵਸਥਾ ਹੈ। ਜਿਵੇਂ ਕਿ ਰਾਮ ਚੰਗਾ ਵਿਦਿਆਰਥੀ ਹੈ, ਤਾਂ ਰਾਮ ਦੀ ਵਿਸ਼ੇਸ਼ਤਾ ਦੱਸੀ ਗਈ ਹੈ ਕਿ ਉਹ ਚੰਗਾ ਵਿਦਿਆਰਥੀ ਹੈ। ਤਾਂ ਆਹ ਹੈ ਸਧਾਰਨ ਅਵਸਥਾ। ਦੂਜੀ ਹੈ ਅਧਿਕਤਰ ਅਵਸਥਾ। ਜਦੋਂ ਦੋ ਵਸਤੂਆਂ ਜਾਂ ਵਿਅਕਤੀਆਂ ਦੀ ਤੁਲਨਾ ਕਰਕੇ ਇੱਕ ਦੀ ਵਿਸ਼ੇਸ਼ਤਾ ਦੱਸੀ ਜਾਵੇ ਤਾਂ ਉਹ ਕਿਹੜੀ ਅਵਸਥਾ ਹੈ? ਅਧਿਕਤਰ ਅਵਸਥਾ ਹੈ। ਜਿਵੇਂ ਕਿ ਰਾਮ ਮੋਹਨ ਤੋਂ ਚੰਗਾ ਵਿਦਿਆਰਥੀ ਹੈ। ਰਾਮ ਮੋਹਨ ਤੋਂ ਚੰਗਾ ਵਿਦਿਆਰਥੀ ਹੈ। ਤਾਂ ਦੋ ਵਿਅਕਤੀਆਂ ਦੇ ਵਿੱਚ ਤੁਲਨਾ ਕੀਤੀ ਗਈ ਹੈ, ਰਾਮ ਅਤੇ ਮੋਹਨ ਦੇ ਵਿੱਚ। ਇਹਦੇ ਵਿੱਚ ਕਿਹਾ ਗਿਆ ਹੈ ਕਿ ਰਾਮ ਮੋਹਨ ਤੋਂ ਕੀ ਹੈ? ਚੰਗਾ ਵਿਦਿਆਰਥੀ ਹੈ। ਤਾਂ ਆਹ ਅਵਸਥਾ ਅਧਿਕਤਰ ਅਵਸਥਾ ਹੈ ਕਿ ਜਦੋਂ ਦੋ ਵਸਤੂਆਂ ਜਾਂ ਵਿਅਕਤੀਆਂ ਦੀ ਤੁਲਨਾ ਕਰਕੇ ਇੱਕ ਦੀ ਵਿਸ਼ੇਸ਼ਤਾ ਦੱਸੀ ਜਾਵੇ। ਤੀਜੀ ਹੈ ਅਧਿਕਤਰ ਅਵਸਥਾ। ਜਦੋਂ ਕਿਸੇ ਵਸਤੂ ਜਾਂ ਵਿਅਕਤੀ ਨੂੰ ਸਭ ਤੋਂ ਉੱਤਮ ਦੱਸਿਆ ਜਾਵੇ ਤਾਂ ਉਹ ਕੀ ਹੈ? ਅਧਿਕਤਮ ਅਵਸਥਾ ਹੈ। ਜਿਵੇਂ ਕਿ ਰਾਮ ਜਮਾਤ ਦੇ ਵਿੱਚ ਸਭ ਤੋਂ ਚੰਗਾ ਵਿਦਿਆਰਥੀ ਹੈ। ਇਸ ਦੇ ਵਿੱਚ ਜਿੰਨੇ ਵੀ ਜਮਾਤ ਦੇ ਵਿੱਚ ਵਿਦਿਆਰਥੀ ਹੈ ਉਹਨਾਂ ਨਾਲੋਂ ਤੁਲਨਾ ਕੀਤੀ ਗਈ ਹੈ ਰਾਮ ਦੀ ਅਤੇ ਕਿਹਾ ਗਿਆ ਹੈ ਕਿ ਰਾਮ ਜਮਾਤ ਵਿੱਚ ਸਭ ਤੋਂ ਚੰਗਾ ਵਿਦਿਆਰਥੀ ਹੈ। ਤਾਂ ਜਦੋਂ ਕਿਸੇ ਵਸਤੂ ਜਾਂ ਵਿਅਕਤੀ ਨੂੰ ਸਭ ਤੋਂ ਉੱਤਮ ਦੱਸਿਆ ਜਾਵੇ ਤਾਂ ਉਹ ਅਵਸਥਾ ਹੁੰਦੀ ਹੈ ਅਧਿਕਤਮ ਅਵਸਥਾ।
ਤਾਂ ਗੁਣਵਾਚਕ ਵਿਸ਼ੇਸ਼ਣ ਜਿਹੜਾ ਹੈ ਇਹਦੀਆਂ 3 ਅਵਸਥਾ ਹੈ, ਸਾਧਾਰਨ ਅਵਸਥਾ, ਅਧਿਕਤਰ ਅਵਸਥਾ ਅਤੇ ਅਧਿਕਤਮ ਅਵਸਥਾ। ਦੂਜਾ ਹੈ ਸੰਖਿਆਵਾਚਕ ਵਿਸ਼ੇਸ਼ਣ। ਉਹ ਸ਼ਬਦ ਜਿਹੜੇ ਨਾਮ ਜਾਂ ਪੜਨਾਮ ਦੀ ਗਿਣਤੀ ਦੱਸਦੇ ਹਨ ਉਹਨਾਂ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਕਿ ਇਸ ਘਰ ਵਿੱਚ 10 ਕਮਰੇ ਹੈ, ਤਾਂ ਕਮਰੇ ਜਿਹੜੇ ਹੈ ਇਹਨਾਂ ਦੀ ਗਿਣਤੀ ਦੱਸੀ ਗਈ ਹੈ ਕਿ ਕਿੰਨੇ ਹੈ, 10 ਹੈ। ਤਾਂ ਉਹ ਸ਼ਬਦ ਜਿਹੜੇ ਨਾਮ ਜਾਂ ਪੜਨਾਮ ਦੀ ਗਿਣਤੀ ਦੱਸਦੇ ਹਨ ਉਹਨਾਂ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਹੈ ਉਹ 4 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਸਾਧਾਰਨ ਸੰਖਿਆਵਾਚਕ ਵਿਸ਼ੇਸ਼ਣ, ਜਿਹਦੇ ਵਿੱਚ ਸੰਖਿਆ ਸਾਧਾਰਨ ਦਿੱਤੀ ਹੋਵੇ, ਜਿਵੇਂ ਕਿ 1 2 3 4 5 10, ਤਾਂ ਇਹ ਕੀ ਹੈ, ਸਾਧਾਰਨ ਸੰਖਿਆਵਾਚਕ। ਜਿਵੇਂ ਕਿ ਇਸ ਘਰ ਵਿੱਚ 10 ਕਮਰੇ ਹੈ, ਤਾਂ ਇਹ ਉਦਾਹਰਣ ਜਿਹੜਾ ਹੈ ਇਹ ਸਾਧਾਰਨ ਸੰਖਿਆਵਾਚਕ ਵਿਸ਼ੇਸ਼ਣ ਦਾ ਹੈ। ਦੂਜਾ ਹੈ ਕਰਮਵਾਚੀ ਸੰਖਿਆਵਾਚਕ ਵਿਸ਼ੇਸ਼ਣ, ਜਿਹਦੇ ਵਿੱਚ ਕਰਮ ਦਿੱਤਾ ਹੋਵੇ, ਜਿਵੇਂ ਕਿ ਪਹਿਲਾ ਦਰਜਾ, ਦੂਜਾ ਦਰਜਾ, ਤੀਜਾ ਦਰਜਾ, ਤਾਂ ਇਹ ਕਰਮ ਹੁੰਦਾ ਹੈ ਪਹਿਲਾ, ਦੂਜਾ, ਤੀਜਾ। ਜਿਵੇਂ ਮੋਹਨ ਦਾ 10ਵੀਂ ਜਮਾਤ ਵਿੱਚ ਪਹਿਲਾ ਦਰਜਾ ਆਇਆ ਹੈ, ਮੋਹਨ ਦਾ 10ਵੀਂ ਜਮਾਤ ਵਿੱਚ ਪਹਿਲਾ ਦਰਜਾ ਆਇਆ ਹੈ, ਤਾਂ ਇਹ ਕੀ ਹੈ, ਕਰਮ ਹੈ, ਪਹਿਲਾ, ਦੂਜਾ, ਤੀਜਾ। ਇਹ ਕਰਮਵਾਚੀ ਸੰਖਿਆਵਾਚਕ ਵਿਸ਼ੇਸ਼ਣ ਦਾ ਉਦਾਹਰਣ ਹੈ। ਤੀਜਾ ਹੈ ਨਿਖੇੜਵਾਚੀ ਸੰਖਿਆਵਾਚਕ ਵਿਸ਼ੇਸ਼ਣ, ਜਿਹਦੇ ਵਿੱਚ ਨਿਖੇੜ ਦਿੱਤੀ ਹੋਵੇ, ਜਿਵੇਂ ਕਿ 1 1 2 2 5 5 10 10। ਕਿਰਪਾ ਕਰਕੇ ਇੱਕ ਇੱਕ ਜਣਾ ਦਫ਼ਤਰ ਵਿੱਚ ਆਓ, ਤਾਂ ਇਹਦੇ ਵਿੱਚ ਇੱਕ ਇੱਕ ਸ਼ਬਦ ਜਿਹੜਾ ਹੈ ਇਹ ਨਿਖੇੜਵਾਚੀ ਸੰਖਿਆਵਾਚਕ ਵਿਸ਼ੇਸ਼ਣ ਹੈ। ਅੱਗੇ ਹੈ ਅਨਿਸ਼ਚਿਤ ਸੰਖਿਆਵਾਚੀ ਵਿਸ਼ੇਸ਼ਣ, ਜਿਹਦੇ ਵਿੱਚ ਸੰਖਿਆ ਨਿਸ਼ਚਿਤ ਨਾ ਹੋਵੇ, ਜਿਵੇਂ ਕਿ ਕੁਝ, ਥੋੜਾ, ਬਹੁਤ ਥੋੜਾ, ਸਾਰੇ ਹੀ। ਜਿਵੇਂ ਕਿ ਸਾਰੇ ਹੀ ਵਿਦਿਆਰਥੀ ਪੜ੍ਹ ਰਹੇ ਹਨ, ਇੱਥੇ ਵਿਦਿਆਰਥੀਆਂ ਦੀ ਸੰਖਿਆ ਨਿਸ਼ਚਿਤ ਨਹੀਂ ਹੈ, ਤਾਂ ਸਾਰੇ ਹੀ ਸ਼ਬਦ ਜਿਹੜਾ ਹੈ ਇਹ ਕੀ ਹੈ, ਅਨਿਸ਼ਚਿਤ ਸੰਖਿਆਵਾਚੀ ਵਿਸ਼ੇਸ਼ਣ। ਅੱਗੇ ਹੈ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ। ਉਹ ਵਿਸ਼ੇਸ਼ਣ ਸ਼ਬਦ ਜਿਹੜੇ ਕਿਸੇ ਵਸਤੂ ਦੀ ਮਿਣਤੀ ਜਾਂ ਮਾਪ ਤੋਲ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਪਰਿਮਾਣਵਾਚੀ ਜਾਂ ਮਿਣਤੀਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਕਿ ਥੋੜਾ, ਬਹੁਤਾ, ਇਹ ਪਰਿਮਾਣ ਹੈ। ਜਿਵੇਂ ਕਿ 5 ਲੀਟਰ ਪਾਣੀ, ਤਾਂ ਉਹ ਵਿਸ਼ੇਸ਼ਣ ਸ਼ਬਦ ਜਿਹੜੇ ਕਿਸੇ ਵਸਤੂ ਦੀ ਮਿਣਤੀ ਜਾਂ ਮਾਪ ਤੋਲ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਹ 2 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਨਿਸ਼ਚਿਤ ਪ੍ਰਮਾਣਵਾਚਕ, ਜਿਹੜਾ ਪਰਿਮਾਣ ਨਿਸ਼ਚਿਤ ਹੋਵੇ, ਜਿਵੇਂ ਕਿ 2 ਲੀਟਰ ਦੁੱਧ, 5 ਮੀਟਰ ਕੱਪੜਾ, ਤਾਂ ਇਹ ਕੀ ਹੈ, ਪਰਿਮਾਣ ਨਿਸ਼ਚਿਤ ਹੈ ਕਿ ਦੁੱਧ ਕਿੰਨਾ ਹੈ, 2 ਲੀਟਰ ਹੈ, ਕੱਪੜਾ ਕਿੰਨਾ ਹੈ, 5 ਮੀਟਰ ਹੈ। ਤਾਂ ਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਜਿਹੜਾ ਹੈ ਉਹ ਜਿਹੜਾ ਪ੍ਰਮਾਣ ਨਿਸ਼ਚਿਤ ਹੋਵੇ ਉਹਨੂੰ ਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਦੂਜਾ ਹੈ ਅਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ, ਜਿਹੜਾ ਪ੍ਰਮਾਣ ਨਿਸ਼ਚਿਤ ਨਾ ਹੋਣ ਉਹਨੂੰ ਅਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਕਿ ਥੋੜਾ ਦੁੱਧ, ਤਾਂ ਦੁੱਧ ਦਾ ਪ੍ਰਮਾਣ ਜਿਹੜਾ ਹੈ ਇਹ ਨਿਸ਼ਚਿਤ ਨਹੀਂ ਹੈ, ਦੁੱਧ ਕਿੰਨਾ ਹੈ, ਥੋੜਾ ਹੈ, ਤਾਂ ਥੋੜਾ ਦੁੱਧ ਸ਼ਬਦ ਜਿਹੜਾ ਹੈ ਇਹ ਹੈ ਅਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ, ਜਿਹਦੇ ਵਿੱਚ ਪ੍ਰਮਾਣ ਨਿਸ਼ਚਿਤ ਨਾ ਹੋਵੇ ਉਹ ਅਨਿਸ਼ਚਿਤ ਪ੍ਰਮਾਣਵਾਚਕ। ਚੌਥਾ ਹੈ ਨਿਸ਼ਚੈਵਾਚਕ ਵਿਸ਼ੇਸ਼ਣ। ਉਹ ਵਿਸ਼ੇਸ਼ਣ ਸ਼ਬਦ ਜਿਹੜੇ ਕਿਸੇ ਵਸਤੂ ਦੀ ਵਿਸ਼ੇਸ਼ਤਾ ਵੱਲ ਨਿਸ਼ਚਿਤ ਸੰਕੇਤ ਕਰਦੇ ਹਨ ਉਹਨਾਂ ਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਉਹ ਵਿਸ਼ੇਸ਼ਣ ਸ਼ਬਦ ਜਿਹੜੇ ਕਿਸੇ ਵਸਤੂ ਦੀ ਵਿਸ਼ੇਸ਼ਤਾ ਵੱਲ ਨਿਸ਼ਚਿਤ ਸੰਕੇਤ ਕਰਦੇ ਹਨ, ਜਿਵੇਂ ਇਹ 2 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਨਿਕਟਵਰਤੀ, ਜਿਵੇਂ ਕਿ ਇਹ ਸਾਡਾ ਘਰ ਹੈ। ਕੋਈ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਦੱਸਿਆ ਜਾਵੇ, ਸੰਕੇਤ ਕਰਕੇ ਦੱਸਿਆ ਜਾਵੇ ਕਿ ਇਹ ਸਾਡਾ ਘਰ ਹੈ, ਤਾਂ ਇਹ ਸ਼ਬਦ
ਕਿਹਦੇ ਵਾਸਤੇ ਆਇਆ ਹੈ? ਨਿਕਟਵਰਤੀ ਵਾਸਤੇ, ਨੇੜੇ ਦੀ ਕੋਈ ਚੀਜ਼ ਵਾਸਤੇ ਆਇਆ ਹੈ। ਦੂਰਵਰਤੀ ਜਿਹੜੀ ਕੋਈ ਦੂਰ ਦੀ ਚੀਜ਼ ਜਾਂ ਦੂਰ ਦੀ ਵਸਤੂ ਵੱਲ ਸੰਕੇਤ ਜਾਂ ਇਸ਼ਾਰਾ ਕਰਕੇ ਦੱਸਿਆ ਜਾਵੇ, ਜਿਵੇਂ ਕਿ ਉਹ ਬਿਲਡਿੰਗ ਹਸਪਤਾਲ ਦੀ ਹੈ, ਤਾਂ ਉਹ ਸ਼ਬਦ ਕੀ ਹੈ? ਦੂਰਵਰਤੀ ਚੀਜ਼ਾਂ ਵਾਸਤੇ ਸੰਕੇਤ ਕੀਤਾ ਜਾਂਦਾ ਹੈ, ਜਿਵੇਂ ਕਿ ਉਹ। ਅਤੇ ਨਿਕਟਵਰਤੀ ਚੀਜ਼ਾਂ ਵਾਸਤੇ ਸੰਕੇਤ ਕੀਤਾ ਜਾਂਦਾ ਹੈ, ਜਿਵੇਂ ਕਿ ਇਹ। ਅੱਗੇ ਹੈ ਪੜਨਾਵੀ ਵਿਸ਼ੇਸ਼ਣ। ਜਿਹੜਾ ਪੜਨਾਮ ਸ਼ਬਦ ਵਾਕ ਦੇ ਪ੍ਰਸੰਗ ਵਿੱਚ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ। ਜਿਹੜਾ ਪੜਨਾਮ ਸ਼ਬਦ ਵਾਕ ਦੇ ਪ੍ਰਸੰਗ ਵਿੱਚ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ ਪੜਨਾਵੀ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿ ਜਿਸ ਬੰਦੇ ਦਾ ਭਰੋਸਾ ਨਾ ਰਹੇ, ਉਸ ਨਾਲ ਕੋਈ ਵੀ ਵਰਤ ਵਿਹਾਰ ਕਰਨਾ ਪਸੰਦ ਨਹੀਂ ਕਰਦਾ। ਤਾਂ ਬੰਦਾ ਕੀ ਹੈ? ਇੱਕ ਨਾਮ ਸ਼ਬਦ ਹੈ ਅਤੇ ਇਸ ਦੇ ਨਾਲ ਜਿਸ ਸ਼ਬਦ ਜਿਹੜਾ ਹੈ ਇਹ ਪੜਨਾਮ ਸ਼ਬਦ ਹੈ ਅਤੇ ਬੰਦੇ ਦੀ ਵਿਸ਼ੇਸ਼ਤਾ ਦੱਸੀ ਗਈ ਹੈ ਕਿ ਜਿਸ ਬੰਦੇ ਦਾ ਭਰੋਸਾ ਨਾ ਰਹੇ ਉਸ ਨਾਲ ਕੋਈ ਵੀ ਵਰਤ ਵਿਹਾਰ ਕਰਨਾ ਪਸੰਦ ਨਹੀਂ ਕਰਦਾ। ਤਾਂ ਇਹ ਜਿਸ ਸ਼ਬਦ ਜਿਹੜਾ ਹੈ ਇਹ ਕੀ ਹੈ? ਪੜਨਾਵੀ ਵਿਸ਼ੇਸ਼ਣ ਹੈ। ਤਾਂ ਇਹ ਸੀ ਸਾਡਾ ਪੰਜਾਬੀ ਭਾਸ਼ਾ ਦਾ ਅੱਜ ਦਾ ਟੌਪਿਕ ਵਿਸ਼ੇਸ਼ਣ। ਉਮੀਦ ਕਰਦੇ ਹਾਂ ਤੁਹਾਨੂੰ ਇਹ ਟੌਪਿਕ ਪਸੰਦ ਆਇਆ ਹੋਵੇਗਾ। ਜੇ ਤੁਹਾਨੂੰ ਇਹ ਟੌਪਿਕ ਪਸੰਦ ਆਇਆ ਹੋਵੇ ਤਾਂ ਸਾਡੇ YouTube ਚੈਨਲ ਐਗਜ਼ਾਮ ਹੈਲਪਰ A to Z ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਕਰੋ। ਧੰਨਵਾਦ।